2022 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਅੱਗੇ ਵੱਡੇ ਵਾਅਦੇ ਰੱਖੇ ਜਾ ਰਹੇ ਨੇ। ਹੁਣ ਪੰਜਾਬ ਫੇਰੀ ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜਲੰਧਰ ਦੇ ਲੋਕਾਂ ਦਾ ਦਿਲ ਜਿੱਤਣ ਦੇ ਯਤਨ ਵਿੱਚ ਨੇ। ਬੀਤੇ ਦਿਨ ਜਲੰਧਰ ਸ਼ਹੀਦ ਦੇਵੀ ਤਲਾਬ ਮੰਦਿਰ ਵਿਖੇ ਨਤਮਸਤਕ ਹੋਏ ਕੇਜਰੀਵਾਲ ਅਤੇ ਆਪ ਆਗੂਆਂ ਵੱਲੋਂ ਅੱਜ ਸ਼ਹਿਰ ਦੇ ਵਪਾਰੀਆਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ। ਇਸ ਮੌਕੇ ਆਪ ਦੇ ਭਗਵੰਤ ਮਾਨ ਨੇ ਰਾਜਨੀਤੀ ਨੂੰ ਬਦਲਣ ਦੇ ਆਪਣੇ ਦਾਅਵੇ ਕਰਦੇ ਹੋਏ ਵਿਰੋਧੀ ਪਾਰਟੀਆਂ ਨੂੰ ਤਿੱਖੀਆਂ ਗੱਲਾਂ ਸੁਣਾ ਦਿੱਤੀਆਂ ਨੇ। ਭਗਵੰਤ ਮਾਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਦੇਸ਼ ਵਿੱਚ ਰਾਜਨੀਤੀ ਬਦਲ ਦਿੱਤੀ ਹੈ। ਲੀਡਰਾਂ ਨੂੰ ਧਰਤੀ ਤੇ ਲਿਆਉਣ ਦਾ ਦਾਅਵਾ ਕਰਦੇ ਹੋਏ ਮਾਨ ਨੇ ਆਖਿਆ ਹੈ ਕਿ ਕਦੇ ਸਿਆਸੀ ਲੀਡਰ ਦੀ ਗੱਡੀ ਦੀ ਧੂੜ ਹੀ ਦੇਖਣ ਨੂੰ ਮਿਲਦੀ ਸੀ, ਪਰ ਹੁਣ ਗ੍ਰਹਿ ਮੰਤਰੀ ਖੁਦ ਲੋਕਾਂ ਦੇ ਘਰਾਂ ਵਿੱਚ ਵੋਟਾਂ ਮੰਗਣ ਆਉਂਦਾ ਹੈ। ਜ਼ਿਕਰ ਜੋ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਫੇਰੀ ਤੇ ਆ ਕੇ ਕੇਜਰੀਵਾਲ ਵੱਲੋਂ ਸਸਤੀ ਬਿਜਲੀ ਅਤੇ ਚੰਗੀਆਂ ਸਿਹਤ ਸਹੂਲਤਾਂ ਦੀਆਂ ਗਰੰਟੀਆਂ ਦਿੱਤੀਆਂ ਜਾ ਚੁੱਕੀਆਂ ਨੇ ਅਤੇ ਹੁਣ ਵਪਾਰੀਆਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਦੱਸਦੀ ਕਿ ਇੱਕ ਪਾਸੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਸਰਕਾਰ ਚੁਣਨ ਦੀ ਸਲਾਹ ਦਿੱਤੀ ਜਾ ਰਹੀ ਹੈ, ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਇਸ ਵਾਰ ਆਪ ਨੂੰ ਮੌਕਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਭਗਵੰਤ ਮਾਨ ਵੱਲੋਂ ਇਸ ਮੌਕੇ ਕਿਸ ਤਰ੍ਹਾਂ ਵਿਰੋਧੀਆਂ ਤੇ ਵਾਰ ਕਰਦੇ ਹੋਏ ਆਪਣੇ ਪੁਰਾਣੇ ਰੰਗ ਦਿਖਾਏ ਗਏ ਨੇ, ਤੁਸੀਂ ਖੁਦ ਸੁਣ ਸਕਦੇ ਹੋ। ਛੋਟਾ ਹੁੰਦਾ ਕੋਈ ਐਮਪੀ ਆਉਂਦਾ ਸੀ ਤਾਂ ਮੈਂ ਸਾਰਾ ਪਿੰਡ ਐਦਾਂ ਹੱਥ ਬੰਨ ਕੇ ਕੰਬਦੇ ਹੱਥਾਂ ਨਾਲ ਡਰਿਆ ਹੋਇਆ ਬੈਠ ਕੇ ਉਸ ਦਾ ਭਾਸ਼ਣ ਸੁਣਦੇ ਦੇਖਿਆ ਹੋਇਆ। ਕੋਈ ਨਹੀਂ ਬੋਲਦਾ ਸੀ, ਉਹ ਜੋ ਬੋਲੀ ਜਾਂਦਾ ਉਹ ਸੱਚ ਹੈ। ਜੇ ਕੋਈ ਮੂਹਰੋਂ ਬੋਲਣ ਦੀ ਕੋਸ਼ਿਸ਼ ਕਰਦਾ ਨਾਲ ਦੇ ਹੀ ਚੁੱਪ ਕਰਾ ਦਿੰਦਾ ਸੀ ਕਿ ਨਾ ਓਏ ਇਹਦੇ ਮੂਹਰੇ ਨਾ ਬੋਲ, ਐਮਪੀ ਹੈ। ਜਿਹੜਾ ਇਹਦੇ ਮੂਹਰੇ ਬੋਲਦਾ ਹੁੰਦਾ ਉਹਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ। ਆਹ ਡਰ ਪੈਦਾ ਕੀਤਾ ਹੋਇਆ ਸੀ। ਹੁਣ ਲੋਕਾਂ ਨੂੰ ਇਹ ਪਤਾ ਲੱਗ ਗਿਆ, ਸਵਾਲ ਹੁੰਦੇ ਨੇ ਲੀਡਰਾਂ ਨੂੰ ਕਿ ਦੱਸੋ ਜੀ ਤੁਸੀਂ ਕਿਹੜੇ ਮੁੱਦੇ ਚੱਕੇ ਨੇ ਵਿਧਾਨ ਸਭਾ 'ਚ, ਕਿਹੜੇ ਮੁੱਦੇ ਚੱਕੇ ਨੇ ਪਾਰਲੀਮੈਂਟ 'ਚ, ਦੱਸੋ ਜੀ ਕੀ ਵਿਕਾਸ ਕੀਤਾ। ਜਿਹੜਾ ਮੈਨੀਫੈਸਟੋ ਜਾਰੀ ਕੀਤਾ ਸੀ ਉਹ 'ਚੋਂ ਕਿੰਨੇ ਵਾਅਦੇ ਪੂਰੇ ਕਰਤੇ। ਹੁਣ ਸਭ ਕੁਝ ਕਲੀਅਰ। ਇਸੇ ਕਰਕੇ ਦਿੱਲੀ ਦੇ ਵਿੱਚ ਤੀਜੀ ਵਾਰ ਸਰਕਾਰ ਬਣੀ ਹੈ। ਐਡੀਆਂ ਫੌਜਾਂ ਉਹਨਾਂ ਦੀਆਂ। ਮੈਂ ਤਾਂ ਦਿੱਲੀ 'ਚ ਅਸੀਂ ਪ੍ਰਚਾਰ ਕਰਦੇ ਹਾਂ, ਜਦੋਂ ਕੋਈ ਗਲੀ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਗਲੀ 'ਚ ਕੋਈ ਐਮਪੀ ਨਾ ਫਿਰਦਾ ਹੋਵੇ ਬੀਜੇਪੀ ਦਾ। ਚਲੋ ਕਾਂਗਰਸ ਦਾ ਤਾਂ ਛੱਡੋ, ਉਹ ਤਾਂ 2015 'ਚ ਤੇ 2020 'ਚ ਕਾਂਗਰਸ ਦੀਆਂ ਤਾਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਉਹ ਤਾਂ ਬਿਲਕੁਲ ਕਾਂਗਰਸ ਆਪਣੀ ਜਗ੍ਹਾ ਬਣਾ ਕੇ ਰੱਖੀ ਹੋਈ ਉਹਨਾਂ ਨੇ। ਉਹ 15 'ਚ ਵੀ ਜ਼ੀਰੋ ਤੇ ਸੀ, 20 'ਚ ਵੀ ਜ਼ੀਰੋ ਤੇ ਨੇ, ਉਹ ਬਿਲਕੁਲ ਠੀਕ ਨੇ। ਬੀਜੇਪੀ ਦੀ ਫੌਜ, ਮੰਤਰੀ, ਮੁੱਖ ਮੰਤਰੀ, ਹਰ ਤੀਜੀ ਗਲੀ ਬਾਹਰ ਮੁੱਖ ਮੰਤਰੀ ਫਿਰਦਾ ਹੁੰਦਾ ਸੀ। ਤੇ ਇਧਰੋਂ ਕੌਣ ਸੀ? ਅਰਵਿੰਦ ਕੇਜਰੀਵਾਲ। ਪਰ ਫਰਕ ਇੰਨਾ ਸੀ, ਉਹ ਸਾਰੇ ਗੱਲ ਕਰ ਰਹੇ ਸੀ ਹਿੰਦੂ, ਮੁਸਲਿਮ, ਮੰਦਰ, ਮਸਜਿਦ, ਸ਼ਹੀਨ ਬਾਗ, ਫਲਾਨਾ ਧਮਕਾ ਇਮਕਾ, ਪਾਕਿਸਤਾਨ ਦਾ ਰਾਜ ਆ ਜਾਊਗਾ, ਪਾਕਿਸਤਾਨ 'ਚ ਪਟਾਕੇ ਚੱਲਣਗੇ ਫਲਾਣਾ। ਤੇ ਅਰਵਿੰਦ ਕੇਜਰੀਵਾਲ ਕਹਿ ਰਹੇ ਸੀ ਹੋਰ ਵਧੀਆ ਸਕੂਲ ਬਣਾਵਾਂਗੇ, ਹੋਰ ਵਧੀਆ ਮੁਹੱਲਾ ਕਲੀਨਿਕ ਦੇਵਾਂਗੇ, ਹੋਰ ਵਧੀਆ ਤੁਹਾਨੂੰ ਹੈਲਥ ਸਿਸਟਮ ਦੇਵਾਂਗੇ, ਪਾਣੀ ਦਾ ਹੋਰ ਵਧੀਆ ਸਿਸਟਮ ਕਰਕੇ ਦੇਵਾਂਗੇ, ਮਹਿਲਾਵਾਂ ਦੀ ਸੁਰੱਖਿਆ ਵਾਸਤੇ ਹੋਰ ਅੱਛੇ ਐਫਰਟਸ ਕਰਾਂਗੇ। ਆਹ ਫਰਕ ਸੀ। ਤਾਂ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਨਕਾਰ ਕੇ ਵਿਕਾਸ ਵਾਲੇ ਪਾਸੇ ਨੂੰ ਵੋਟਾਂ ਪਾ ਦਿੱਤੀ। ਸੋ ਇਸ ਕਰਕੇ ਆਮ ਆਦਮੀ ਪਾਰਟੀ ਅੱਜ ਤੁਹਾਡੇ ਕੋਲੇ ਆਈ ਹੈ ਕਿ ਤੁਸੀਂ ਦੇਖੋ, ਡਰਾਇੰਗ ਰੂਮ 'ਚ ਬਹਿ ਕੇ ਲਿਖਣਾ ਬਹੁਤ ਸੌਖਾ ਵੀ ਯਾਰ ਇੰਡਸਟਰੀ ਨੂੰ ਕਿੰਨੇ ਕਹਿੰਦੇ ਨੇ ਯਾਰ, ਕਾਂਗਰਸ ਵਾਲਿਆਂ ਨੇ ਕਿੰਨਾ ਕਿਹਾ? ਉਹ ਸਰ 5 ਰੁਪਏ ਕਿਹਾ ਬਿਜਲੀ, 4 ਕਰ ਦੋ। ਕਿਹੜਾ ਦੇਣੀ ਹੁੰਦੀ ਹੈ? 4 ਲਿਖ ਦੋ। ਉਹਨਾਂ ਨੇ ਆਟਾ ਕਿੰਨਾ ਕਿਹਾ? ਉਹਨਾਂ ਨੇ ਆਟਾ ਕਿਹਾ ਜੀ 3 ਰੁਪਏ ਕਿਲੋ, ਆਪਾਂ 2 ਰੁਪਏ ਕਰ ਦੋ। ਕੌਣ ਕਿਹੜਾ ਸਰਕਾਰ ਬਣਾਓ ਜੀ, ਤਾਂ ਦੰਡ ਭੇਦ ਜਿਹੜਾ ਮਰਜ਼ੀ ਵਰਤੋ। ਪਰ ਆਮ ਆਦਮੀ ਪਾਰਟੀ ਜਿਹੜੀ ਹੈ, ਕਿਉਂਕਿ ਦੇਖੋ ਦਰਦ ਤੁਹਾਡੇ ਕੋਲੇ, ਅਸੀਂ ਉੱਥੋਂ ਦਿੱਲੀ ਬਹਿ ਕੇ ਜਾਂ ਚੰਡੀਗੜ੍ਹ ਬਹਿ ਕੇ ਉਹਦਾ ਇਲਾਜ ਨਹੀਂ ਕਰ ਸਕਦੇ ਕਿਸੇ ਵਾਈਫਾਈ ਰਾਹੀਂ ਜਾਂ ਕਿਸੇ ਬਲੂਟੁੱਥ ਰਾਹੀਂ। ਤੁਹਾਡੇ ਕੋਲੇ ਹੀ ਆਉਣਾ ਪਊਗਾ ਸਾਨੂੰ। ਅੱਜ ਤੁਹਾਡੇ ਕੋਲੇ ਆਏ ਆ, ਤੁਸੀਂ ਆਪਣੇ ਸੁਝਾਅ ਦੱਸੋ, ਤੁਸੀਂ ਆਪਣੇ ਦਰਦ ਦੱਸੋ। ਵੈਸੇ ਤਾਂ ਪਤਾ ਹੀ ਹੈ ਕਿ ਪੂਰੇ ਪੰਜਾਬ 'ਚ ਦੇयर इज नो ਇੰਡਸਟਰੀਅਲ ਪਾਲਿਸੀ ਐਟ ਆਲ। ਸਭ ਇੰਡਸਟਰੀ ਜਿਹੜੀ ਹੈ ਖਤਮ ਕਰਤੀ, ਪਲਾਇਨ ਕਰ ਗਏ। ਕੋਈ ਬਦੀ ਨੂੰ ਜਾਂਦਾ, ਕੋਈ ਕਿਧਰੇ ਚਲਾ ਗਿਆ, ਕੋਈ ਮਤਲਬ ਲੱਭ ਰਹੇ ਆ ਕੋਈ ਹੋਰ ਤਰੀਕੇ ਕਿ ਕਿਵੇਂ ਨਾ ਕਿਵੇਂ ਇੱਥੋਂ ਨਿਕਲ ਜਾਈਏ। ਚਾਹੇ ਸਪੋਰਟਸ ਇੰਡਸਟਰੀ ਹੋਵੇ ਜਲੰਧਰ ਦੀ, ਚਾਹੇ ਹੌਜ਼ਰੀ ਇੰਡਸਟਰੀ ਹੋਵੇ ਲੁਧਿਆਣੇ ਦੀ, ਪਿਛਲੇ ਦਿਨ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਸੀ, ਚਾਹੇ ਰਾਜਪੁਰਾ, ਚਾਹੇ ਮੰਡੀ ਗੋਬਿੰਦਗੜ੍ਹ ਲੋਹੇ ਦੀ ਇੰਡਸਟਰੀ ਹੈ, ਧਾਰੀਵਾਲ, ਬਟਾਲਾ, मतलब
ਗੁਰਾਇਆਂ ਟੋਕੇ ਦੀਆਂ ਮਸ਼ੀਨਾਂ ਬਣਦੀਆਂ ਸੀ, ਅੱਜ ਉਜਾੜ ਹੋਇਆ ਪਿਆ ਜੀ। ਆ ਨਾਲ ਆਪਣੇ ਗੁਰਾਇਆਂ। ਸੋ ਇਹ ਤਾਂ ਪਤਾ ਸਾਰਿਆਂ ਨੂੰ, ਪਰ ਅੰਦਰਲੀਆਂ ਗੱਲਾਂ ਜਿਹੜੀਆਂ ਨੇ, ਅੰਦਰਲੇ ਦਰਦ ਜਿਹੜੇ ਨੇ, ਤੁਹਾਨੂੰ ਪਤਾ ਹੈ ਕਿ ਕੀ ਕਰ ਸਕਦੇ ਹਾਂ ਆਉਣ ਵਾਲੇ ਦਿਨਾਂ 'ਚ। ਜਦੋਂ ਲੋਕਾਂ ਦੀ ਸਰਕਾਰ ਆਈ ਪੰਜਾਬ ਦੇ ਵਿੱਚ, ਤਾਂ ਉਹ 'ਚ ਕੀ ਆਪਾਂ ਕਰ ਸਕਦੇ ਹਾਂ, ਤੁਸੀਂ ਕੀ ਉਮੀਦ ਕਰਦੇ ਹੋ? ਪਹਿਲਾ ਮੈਂ ਕਹਿੰਦਾ ਮੁੱਖ ਮੰਤਰੀ ਹੈ ਜਿਹਦੇ 'ਚ ਇਹ ਹਿੰਮਤ ਹੈ ਇਹ ਕਹਿਣ ਦੀ, ਵੋਟਾਂ ਤੋਂ ਮਹੀਨਾ ਪਹਿਲਾਂ ਦਿੱਲੀ ਦੇ ਲੋਕਾਂ ਨੂੰ ਕਿਹਾ, ਜੇ ਮੇਰੇ ਪਿਛਲੇ 5 ਸਾਲ ਦੇ ਕੰਮ ਚੰਗੇ ਲੱਗੇ ਤਾਂ ਵੋਟਾਂ ਪਾ ਦਿਓ, ਜੇ ਨਹੀਂ ਲੱਗੇ ਬਿਲਕੁਲ ਵੋਟ ਨਾ ਪਾਇਓ। ਇਹ ਕਹਿਣ ਵਾਸਤੇ ਜਿਗਰਾ ਚਾਹੀਦਾ, ਇਹ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ, ਸਚਾਈ ਚਾਹੀਦੀ ਹੈ, ਕੌਨਫੀਡੈਂਸ ਚਾਹੀਦਾ ਵੀ ਹਾਂ ਮੈਂ ਕੀਤੇ ਹੋਏ ਨੇ। ਨਹੀਂ ਤਾਂ ਇੱਥੇ ਲੱਗੇ ਨੇ ਪਤਾ ਨਹੀਂ ਕਦੋਂ ਦੀ ਜਿਉਂਦੀ ਸੁਰਤ ਸੰਭਾਲੀ ਹੈ, 5ਵੀਂ 8 ਸਾਲਾ ਯੋਜਨਾ ਜੀ, 8ਵੀਂ 5 ਸਾਲਾ ਯੋਜਨਾ, ਬਸ ਇੱਕ ਮੌਕਾ ਹੋਰ ਦਿਓ, ਅਗਲੀ ਵਾਰ ਕਰਾਂਗੇ, ਬਸ ਇੱਕ ਮੌਕਾ ਹੀ ਦੇਈ ਜਾਂਦੇ। ਸੋ ਇਸ ਕਰਕੇ ਜੇ ਇੰਡਸਟਰੀ ਚੱਲੂਗੀ ਤਾਂ ਰੋਜ਼ਗਾਰ ਪੈਦਾ ਹੋਊਗਾ, ਰੋਜ਼ਗਾਰ ਪੈਦਾ ਹੋਊਗਾ ਤਾਂ ਜਿਹੜੀ ਸਟੇਟ ਹੈ ਉਹਦੀ ਇਕਨੋਮੀ ਜਿਹੜੀ ਆ ਉਹ ਉੱਪਰ ਉੱਠੂਗੀ। ਤੁਸੀਂ ਆਪ ਦੇਖਦੇ ਹੋ, ਤੁਹਾਡਾ ਤਾਂ ਇਲਾਕਾ ਜਿਹੜਾ ਦੁਆਬੇ ਦਾ ਏਰੀਆ। ਖੇਡਾਂ ਦੇ ਵਪਾਰ ਲਈ ਜਾਣੇ ਜਾਂਦੇ ਜਲੰਧਰ ਸ਼ਹਿਰ ਦੇ ਵਿੱਚ ਪਹੁੰਚ ਕੇ ਜਿੱਥੇ ਵਪਾਰੀ ਦੀਆਂ ਮੁਸ਼ਕਲਾਂ ਅਰਵਿੰਦ ਕੇਜਰੀਵਾਲ ਵੱਲੋਂ ਸੁਣੀਆਂ ਗਈਆਂ ਨੇ, ਉੱਥੇ ਹੀ ਕੇਜਰੀਵਾਲ ਵੱਲੋਂ ਵਪਾਰੀਆਂ ਤੋਂ ਵੀ ਪਾਰਟੀ ਲਈ ਵੱਡੀ ਆਸ ਦੀ ਗੱਲ ਆਖੀ ਗਈ ਹੈ। ਪਹਿਲਾਂ ਲੋਕਾਂ ਨੂੰ ਗਰੰਟੀਆਂ ਦੇਣ ਤੋਂ ਬਾਅਦ ਹੁਣ ਕੇਜਰੀਵਾਲ ਨੇ ਵਪਾਰੀਆਂ ਨੂੰ 10 ਗਰੰਟੀਆਂ ਦੇ ਦਿੱਤੀਆਂ ਨੇ। 24 ਘੰਟੇ ਬਿਜਲੀ, ਵਪਾਰ ਦੇ ਨਾਲ ਜੁੜੇ ਹੋਏ ਕਾਨੂੰਨਾਂ ਵਿੱਚ ਬਦਲਾਅ, ਲਾਲ ਫੀਤਾ ਸ਼ਾਹੀ ਦਾ ਖਾਤਮਾ, ਵਪਾਰੀਆਂ ਦੇ ਰਿਫੰਡਸ ਨੂੰ ਸਾਫ਼ ਕਰਨ ਤੇ ਗੁੰਡਾ ਟੈਕਸ ਨੂੰ ਬੰਦ ਕਰਨ ਸਮੇਤ ਹੋਰ ਕਿਹੜੇ-ਕਿਹੜੇ ਵਾਅਦੇ ਕੀਤੇ ਗਏ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ। 10 बातों पे आज अगर आपके सभी की सहमति है तो 10 बातों पे आज हम अनाउंस करते हैं कि ये करेंगे। नंबर 1, बिना बिजली के ना तो इंडस्ट्री चल सकती, ना व्यापार चल सकता, ना घर चल सकता। तो बिजली तो चाहिए। और जितने मैं अखबारों में पढ़ रहा हूं, लंबे लंबे पावर कट पंजाब के अंदर लग रहे हैं, इतने लंबे लंबे पावर कट से तो जिंदगी ही नहीं चल सकती। तो पावर कट खत्म करेंगे, 24 घंटे बिजली का इंतजाम करेंगे। दूसरी चीज, इंस्पेक्टर राज, लाल फीताशाही। ये जानबूझ के, ऐसा नहीं कि इंस्पेक्टर राज खत्म नहीं किया जा सकता, किया जा सकता है। ऐसा नहीं कि लाल फीताशाही खत्म नहीं की जा सकती, की जा सकती है। क्यों नहीं करते? पैसा ऊपर तक पहुंचता है। अगर मैं मुख्यमंत्री हूं और मेरे को पैसा कमाना है तो मैं क्या करूंगा? मैं हर एक को कहूंगा, हाँ भाई हर महीने इतने पहुंच जाने चाहिए, हफ्ता चलता है, महीना चलता है कि नहीं है? तो फिर हर डिपार्टमेंट में इंस्पेक्टर बैठे हैं। मैं फिर कानून भी ऐसे बनाऊंगा कि भाई सीएलयू का अगर चेंज चाहिए तो इतने पैसे, हमने इसको इंडस्ट्रियल एरिया डिक्लेयर कर दिया, फिर भी परमिशन लेने आओ। तो वो जानबूझ के क्यों है? वो इसलिए कि नीयत खराब है, ऊपर बैठे हुए लोगों की नीयत खराब है। अगर ऊपर ईमानदार सीएम होगा, अगर ईमानदार मंत्रिमंडल होगा, मैं चैलेंज कर सकता हूं नीचे का सारा ढांचा ठीक हो जाएगा अपने आप। ऐसा नहीं है, हो नहीं सकता। दिल्ली में करके दिखाया हम लोगों ने, दिल्ली के अंदर हमने करके दिखाया है। अब इस तरह की जितनी परमिशन होती थी सारी ऑनलाइन कर दी, अब आपको दफ्तर भी आने की जरूरत नहीं है किसी। तो ये लाल पुराने कानून, किसी ने सुझाव दिया था, मैंने लिखा है, पुराने सारे कानून ठीक किए जाएंगे, जितने कानूनों की जरूरत नहीं है सारे कानून खत्म किए जाएंगे। ऐसा सिस्टम बनाया जाएगा कि जो एग्जिस्टिंग इंडस्ट्री है, आपको सरकार के ऊपर समय बर्बाद करने की जरूरत नहीं है, आप अपने धंधे में समय बिताओ। व्यापारियों पे भरोसा करके तो देखो, एक बार ईमानदारी से सरकार चला के तो देखो। इतना पैसा देंगे, इतना टैक्स देंगे व्यापारी झंझट नहीं चाहता, शांति से धंधा करना चाहता है। वो पैसे भी किस चीज के देता है? शांति खरीदने के पैसे देता है कि यार माफ कर, इतने ले जा, मेरा टाइम बर्बाद मत कर। व्यापारी के लिए तो टाइम ही पैसा है। तो दूसरी चीज ये इंस्पेक्टर आज बंद करेंगे, दिल्ली में करके दिखाया है, पंजाब में भी करेंगे। तीसरी चीज,
वैट के रिफंड की काफी शिकायत आ रही है। मैं लुधियाना गया था, लुधियाना में भी कई व्यापारी, मीटिंग बहुत अच्छी रही, जैसे आप लोगों के साथ मीटिंग हो रही है, वहां भी मीटिंग बहुत अच्छी रही। मीटिंग के बाद मेरे से कई लोग आके मिले, दिल्ली आके मिले। अभी किसी भाई साहब ने कहा जी आपसे मिलना बड़ा मुश्किल है। मैं समझता हूं अगर मेरे से ही मिलना मुश्किल है तो फिर इस दुनिया में, तो मैं तो दिल्ली में मेरे से पंजाब के लोग आके मिलते हैं। आप हमारे दफ्तर में फोन कीजिए, आपको जरूर समय मिलेगा। तो मेरे से दिल्ली में कई व्यापारी पंजाब के मिले, उन्होंने भी मुझे बताया जी वैट रिफंड की बड़ी प्रॉब्लम है। मैं आज यहां पे आपको एश्योरेंस देके जाता हूं कि सरकार बनने के 3 से 6 महीने के अंदर जितने भी लोगों के एमएसएमई के, छोटे उसके और व्यापारियों के जितने रिफंड हैं, उन सबके रिफंड क्लियर कर दिए जाएंगे। अगर कोई बहुत बड़े बड़े रिफंड है तो उनकी किस्तें बांध दी जाएंगी ताकि उनको किस्तों के अंदर रिफंड, कम से कम एक सर्टेनिटी होगी। ये सीएलयू वाला बड़ा इंटरेस्टिंग समझ, वो लुधियाना वाले भी आए थे मेरे पास, उन्होंने कहा जी पूरे इलाके को इंडस्ट्रियल एरिया डिक्लेयर कर दिया, इंडस्ट्रियल जोन डिक्लेयर कर दिया। अब अगर आप वहां पे जमीन खरीदते हैं, उसका फिर सीएलयू क्यों होता है? जब आपने उसको इंडस्ट्रियल जोन डिक्लेयर कर दिया तो उसका तो सीएलयू ऑटोमेटिक होना चाहिए। वो इसलिए होता है क्योंकि उनको पैसा कमाना है, वो इसलिए होता है क्योंकि उसको ऊपर पहुंचाना है, वो इसलिए होता है क्योंकि मंत्री तक पैसा पहुंचेगा और मंत्री फिर ऊपर मुख्यमंत्री तक। तो ये सीएलयू का धंधा बंद करेंगे। जो जो इंडस्ट्रियल जोन्स हैं, फोकल पॉइंट्स है, जहां पे जमीन को, उस एरिया को ऑलरेडी इंडस्ट्रियल डिक्लेयर कर दिया गया, उसमें मैक्सिमम ये हो सकता है कि एक ऑटोमेटिक इंटीमेशन आप इंटीमेट कर दीजिए मैंने ये जमीन खरीद ली, बस दैट शुड बी मोर देन सफिशिएंट, दिस शुड नॉट बी एनी परमिशन। एक महीने और हफ्ते का बड़ा सिस्टम है। सारे डिपार्टमेंट्स के साथ आप लोगों का महीना और हफ्ता चल रहा होगा, उसके बिना काम नहीं चलता। तो ये सिस्टम बंद किया जाएगा। आपको कोई महीना देने की जरूरत नहीं है, कोई हफ्ता, और ये मेरी गारंटी है। मैं देख रहा हूं कई लोगों के चेहरे पे ये स्माइल है कि काम कैसे होगा। फिर आपका काम कराने की जिम्मेदारी हमारी है, काम भी होगा और महीना भी बंद किया जाएगा। गुंडा टैक्स किसी ने बोला नहीं, शायद डरते डरते नहीं बोला। ये मैं पहले सुनता था, अकाली दल के समय में होता था, फिर कैप्टन साहब बोले मैं खत्म करूंगा, लेकिन सुना अभी भी चल रहा है कई इलाकों के अंदर गुंडा टैक्स, कि वहां का मंत्री या वहां का कोई आके गेट पे बिठा देता है इंडस्ट्री के, जितने ट्रक जाते हैं हर ट्रक के ऊपर गुंडा टैक्स लगता है और वो फिर पैसा लिया जाता है। तो एक तरह से मंत्री पार्टनर बन गए हैं हर इंडस्ट्री के। ये धंधा बंद करेंगे, ये सारा गुंडा टैक्स का, ये मंत्रियों की एक्सटॉर्शन का, लोकल एमएलए की एक्सटॉर्शन का, महीने का, हफ्ते का, ये सारा धंधा बंद किया जाएगा। 8वां पॉइंट, आज मैं आपके बीच में, आपसे, हर पार्टी आती है व्यापारियों के पास चुनाव के पहले। किस लिए आती है आपके पास चुनाव के पहले? व्यापारी क्यों याद आते हैं चुनाव के पहले? इंडस्ट्री क्यों याद आती है? उद्योगपति क्यों याद आता है पार्टियों को? पैसा चाहिए। आगे कहते हैं ना जी पैसा चाहिए चुनाव लड़ने के लिए। मेरे को आपसे पैसा नहीं चाहिए। आज मैं आप लोगों को पंजाब की तरक्की में पार्टनर बनाने के लिए इनवाइट करने के लिए आया हूं। आप पंजाब की तरक्की में पार्टनर बनिए। आपकी जितनी समस्याएं हैं उन सारी समस्याओं का समाधान निकलेगा। कैसे निकलेगा? ऐसा नहीं कि मेरे को सब कुछ आता है। आज आप लोगों ने मुश्किल से, हमने घंटा 1.5 घंटा बैठे हैं हम लोग, इसके अंदर सबकी समस्याएं नहीं सुनी जा सकती। और आज जितनी आपने समस्याएं बता दी, मैं यहां खड़ा होकर उनका समाधान भी बता दूं, उससे कोई जिंदगी नहीं सुधर जाएगी। जिंदगी चल रही है और नई नई समस्याएं आएंगी। इन समस्याओं को समाधान करने का कोई ढांचा बनाना पड़ेगा, स्ट्रक्चर बनाना पड़ेगा। तो मेरा एक सुझाव है कि एक हम ऐसा इंडस्ट्री और व्यापारियों की बॉडी बनाई जाए, हर इंडस्ट्री का रिप्रेजेंटेटिव होना चाहिए उसमें। मंत्री, इंडस्ट्री मिनिस्टर जो भी है वो उसका हेड हो। महीने में 1 बार या 2 बार कंपलसरी मीटिंग हो, वहीं पे ऑन द स्पॉट डिसीजन लिए जाएं। और वो डिसीजन जो आप लोग लेंगे
वो डिसीजन सरकार के ऊपर बाइंडिंग होने चाहिए, सरकार उन डिसीजंस को इंप्लीमेंट करे। निर्णय आप लें, सरकार उन निर्णयों को इंप्लीमेंट करे, तभी पार्टनरशिप हो सकती है। अगर आप केवल एडवाइस ही देते रहोगे सरकार को, अगर आप केवल रिकमेंडेशन ही देते रहोगे सरकार को, तो वो रिकमेंडेशन आप जिस कागज पे लिख के करते हो वो आपके जाने के बाद कागज रद्दी की टोकरी में फेंक देते हैं, उसका कोई मतलब नहीं है। अब हमें आपसे उम्मीद है, एक ही उम्मीद है। आज पंजाब के अंदर बेरोजगारी बहुत ज्यादा है, हर घर के अंदर बच्चे बेरोजगार हैं, हर घर के अंदर लोग, कई अनपढ़ भी हैं, कई पढ़े लिखे भी हैं, डिग्री ले लेके बेरोजगार बैठे हैं। उनको रोजगार केवल आप दे सकते हो। आपकी सारी प्रॉब्लम्स को दूर करने की जिम्मेदारी मेरी, आम आदमी पार्टी की सरकार की, ये मैं गारंटी देता हूं। अगर ना करूं तो आप मेरी बात मत करना, लेकिन हमारे बच्चों को रोजगार देने की केवल व्यापारी और इंडस्ट्री रोजगार दे सकते हैं, आप उनकी बेरोजगारी दूर कर सकते हो। तो आज मैं आपसे पूछना चाहता हूं, क्या इस मीटिंग के बाहर जाके मैं पंजाब के यूथ को बोल दूं कि इंडस्ट्री और व्यापारी रोजगार देने के लिए तैयार हैं? जरा हाथ उठा के बताओ कि जालंधर में कितनी सीटें हैं? 9 सीटें। ये 9 की 9 सीटें जिता के देने की जिम्मेदारी आप लोगों की है।